ਅੱਜ ਅਸੀਂ ਸ਼ਬਦ ਕਰਾਂਗੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ। ਸਾਰਿਆਂ ਨਾਲੋਂ ਪਹਿਲਾਂ ਸਾਧ ਸੰਗਤ ਜੀ, ਮੈਂ ਇਸ ਸ਼ਬਦ ਦੇ ਅਰਥ ਨਹੀਂ ਕਰ ਰਹੀ ਹਾਂ, ਮੈਂ ਇਹਦੇ ਅਰਥ ਕਰ ਹੀ ਨਹੀਂ ਸਕਦੀ, ਇੰਨੀ ਮੇਰੇ 'ਚ ਸਮਰੱਥਾ ਨਹੀਂ। ਲੇਕਿਨ ਜੋ ਇਸ ਸ਼ਬਦ ਤੋਂ ਮੈਨੂੰ ਸਮਝ ਪਈ ਹੈ, ਮੈਂ ਸਿਰਫ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ। ਸਾਰਿਆਂ ਨਾਲੋਂ ਪਹਿਲਾਂ ਮੋਹੇ ਮਾਰਗ ਦਿਖਲਾਵੇ। ਅਸੀਂ ਸੰਸਾਰਿਕ ਐਜੂਕੇਸ਼ਨ ਲੈਣ ਵਾਸਤੇ ਅਸੀਂ ਸਕੂਲ ਜਾਂਦੇ ਹਾਂ। ਸੰਸਾਰਿਕ ਐਜੂਕੇਸ਼ਨ ਵੀ ਜ਼ਰੂਰੀ ਹੈ, ਉਹਦੇ ਨਾਲ ਨਾਲ ਸਾਡੀ ਅਧਿਆਤਮਿਕ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਸਾਨੂੰ ਦੋਨਾਂ ਜਗ੍ਹਾ ਤੇ ਸਾਨੂੰ ਇੱਕ ਟੀਚਰ ਚਾਹੀਦਾ ਜੋ ਕਿ ਸਾਡਾ ਮਾਰਗਦਰਸ਼ਨ ਕਰ ਸਕੇ। ਇਸ ਲਈ ਸਕੂਲ ਵਿੱਚ ਤੇ ਟੀਚਰਸ ਹੁੰਦੇ ਨੇ, ਲੇਕਿਨ ਉੱਥੇ ਜਿਸ ਤਰ੍ਹਾਂ ਟੀਚਰਸ ਦੀ ਕੈਟਾਗਰੀ ਹੁੰਦੀ ਹੈ, ਜਿਸ ਤਰ੍ਹਾਂ ਨਰਸਰੀ 'ਚ ਜਾਂ ਕੁਝ ਸਟੈਂਡਰਡ 5th ਤੱਕ ਜਾਂ 8th ਤੱਕ ਇੱਕ ਟੀਚਰ ਹੁੰਦੀ ਹੈ ਜੋ ਕਿ ਸਾਨੂੰ ਸਾਰੇ ਸਬਜੈਕਟਸ ਪੜ੍ਹਾ ਸਕਦੀ ਹੈ। ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਐਜੂਕੇਸ਼ਨ ਹਾਇਰ ਹੁੰਦੀ ਹੈ, ਉਹਦੇ ਵਾਸਤੇ ਇੱਕ ਸਪੈਸ਼ਲ ਟੀਚਰ ਚਾਹੀਦਾ। ਜੋ ਕੈਮਿਸਟਰੀ ਟੀਚਰ ਪੜ੍ਹਾਉਂਦੀ ਹੈ ਉਹ ਬਾਇਓ ਨਹੀਂ ਪੜ੍ਹਾਉਂਦੀ, ਜੋ ਬਾਇਓਲੋਜੀ ਪੜ੍ਹਾਉਂਦੀ ਹੈ ਉਹ ਟੀਚਰ ਮੈਥਸ ਨਹੀਂ ਪੜ੍ਹਾਉਂਦਾ। ਇਸ ਲਈ ਇਹਦੇ 'ਚ ਉਸੇ ਤਰ੍ਹਾਂ ਸਾਨੂੰ ਹਰ ਇੱਕ ਪਾਸੇ ਗੁਰੂ ਦੀ ਲੋੜ ਹੈ। ਗੁਰੂ ਸਾਡਾ ਮਾਰਗਦਰਸ਼ਨ ਕਰਦਾ ਹੈ, ਗੁਰੂ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਕਿਸ ਮਾਰਗ ਤੇ ਜਾਈਏ। ਜਦੋਂ ਅਸੀਂ ਨਾਮ ਬਾਣੀ ਸਿਮਰਨ ਕਰਦੇ ਹਾਂ, ਉਸ ਤੋਂ ਸਾਨੂੰ ਰਸ ਆਣਾ ਸ਼ੁਰੂ ਹੋ ਜਾਂਦਾ ਤੇ ਸਾਡੇ ਅੰਦਰ ਇੱਕ ਚਾਹ ਪੈਦਾ ਹੋ ਜਾਂਦੀ ਹੈ ਕਿ ਅਸੀਂ ਇਹਦਾ ਹੋਰ ਸਾਨੂੰ ਇਹ ਜਦੋਂ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡਾ ਉਹਦੇ ਵਿੱਚ ਇੰਟਰਸਟ ਹੋਰ ਪੈਦਾ ਹੋ ਜਾਂਦਾ ਹੈ। ਫਿਰ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਡਾਊਟਸ ਹੁੰਦੇ ਨੇ ਉਹ ਹੁਣ ਸਾਡੇ ਕੌਣ ਕਲੀਅਰ ਕਰੇਗਾ। ਤੇ ਸੰਤ ਇੱਥੇ ਬੇਨਤੀ ਹੈ ਕਿ ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਰਮਾਤਮਾ, ਕੋਈ ਮੈਨੂੰ ਇਹੋ ਜਿਹਾ ਸੰਤ ਮਿਲਾ ਦਿਓ ਜੋ ਕਿ ਮੇਰਾ ਮਾਰਗਦਰਸ਼ਨ ਕਰ ਸਕੇ। ਔਰ ਸੰਤ ਕੌਣ ਹੁੰਦਾ ਹੈ? ਮੇਰੇ ਹਿਸਾਬ ਦੇ ਨਾਲ ਸੰਤ ਉਹਨੂੰ ਕਹਿੰਦੇ ਆ ਜਿਹਨੂੰ ਸੱਤ ਦਾ ਗਿਆਨ ਹੋ ਜਾਂਦਾ, ਜਿਹਨੂੰ ਪਰਮੇਸ਼ਵਰ ਦਾ ਗਿਆਨ ਹੋ ਜਾਂਦਾ। ਸੱਤ ਜੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਹਨੂੰ ਪਰਮਾਤਮਾ ਦਾ ਜਿਹਨੂੰ ਪਤਾ ਹੋ, ਜਿਹਨੂੰ ਸੱਚ ਉਹ ਧਾਰਨ ਵੀ ਕਰ ਲੈਂਦਾ ਹੈ। ਤੇ ਇੱਥੇ ਕੋਈ ਇਹੋ ਜਿਹਾ ਮੈਨੂੰ ਸੰਤ ਮਿਲਾ ਦਿਓ ਜੋ ਕਿ ਮੇਰਾ ਮਾਰਗਦਰਸ਼ਨ ਕਰ ਸਕੇ ਔਰ ਮੈਨੂੰ ਜਿਹੜਾ ਹਰੀ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਜੋ ਮੈਨੂੰ ਦੱਸ ਸਕੇ ਕਿ ਮੈਂ ਕੀ ਕਰਾਂ ਕਿ ਜੋ ਮੈਨੂੰ ਹਰੀ ਦੇ ਨਾਲ ਉਹ ਮੈਨੂੰ ਮਿਲਾਨ 'ਚ ਮੇਰੀ ਮਦਦ ਕਰੇ। ਤਿਸ ਜਨ ਕੇ ਹੋ ਮਲ ਮਲ ਧੋਵਾ ਪਾਉ। ਇੱਥੋਂ ਪਾਉ ਪੈਰਾਂ ਤੋਂ ਮਤਲਬ ਹੈ ਕਿ ਜਦੋਂ ਅਸੀਂ ਕਿਸੇ ਤੋਂ ਕੁਝ ਪ੍ਰਾਪਤੀ ਕਰਨੀ ਹੁੰਦੀ ਹੈ ਤੇ ਉਸ ਤੋਂ ਅਸੀਂ ਉਹਦੇ 'ਚ ਚਰਨਾਂ 'ਚ ਬੈਠ ਕੇ ਗੁਰੂ ਦੇ ਚਰਨਾਂ 'ਚ ਬੈਠ ਕੇ ਅਸੀਂ ਉਹਦੇ ਕੋਲੋਂ ਕੁਝ ਵੀ ਅਗਰ ਲੈ ਸਕਨੇ ਆ ਤੇ ਅਸੀਂ ਉਹਨੂੰ ਹੁਕਮ ਨਹੀਂ ਕਰਨਾ, ਉਹਦੇ ਚਰਨਾਂ 'ਚ ਬੈਠ ਕੇ ਅਸੀਂ ਉਹਦੇ ਕੋਲ ਪ੍ਰਾਪਤੀ ਕਰ ਸਕਦੇ ਹਾਂ। ਤੇ ਸੰਤ ਦਾ ਅਹੁਦਾ ਬਹੁਤ ਉੱਚਾ ਹੁੰਦਾ ਹੈ। ਸੁਖਮਨੀ ਸਾਹਿਬ 'ਚ ਵੀ ਇੱਕ ਪੂਰੀ ਅਸ਼ਟਪਦੀ ਸੰਤ ਦੇ ਉੱਤੇ ਹੀ ਹੈ। ਔਰ ਅਗਰ ਸੰਤ ਦੇ ਨਾਲ ਸੰਤ ਸ਼ਰਨ ਜੋ ਜਨ ਪਰੇ, ਅਗਰ ਅਸੀਂ ਸੰਤ ਦੀ ਸ਼ਰਨ 'ਚ ਹੀ ਆ ਜਾਵਾਂਗੇ ਨਾ, ਉਹਨਾਂ ਦੇ ਨਾਲ ਵੀ ਸਾਡਾ ਬਹੁਤ ਉਧਾਰ ਹੋ ਜਾਂਦਾ। ਤੇ ਇਹਦੇ 'ਚ ਤਿਸ ਜਨ ਕੋ ਹੋ ਮਲ ਮਲ ਧੋਵਾ ਪਾਉ। ਔਰ ਉਹ ਜੋ ਸੰਤ ਮੈਨੂੰ ਮਿਲ ਜਾਏ, ਮੈਂ ਜੋ ਮੈਨੂੰ ਕੋਈ ਉਹਦੇ ਸੰਤ ਦੇ ਨਾਲ ਮਿਲਾ ਵੀ ਦੇਗਾ, ਮੈਂ ਉਹਦੇ ਵੀ ਪੈਰ ਧੋ ਕੇ ਉਹਦੇ ਵੀ ਪੈਰ ਧੋਵਾਂਗਾ ਕਿ ਤੂੰ ਮੈਨੂੰ ਸੰਤਾਂ ਦੇ ਨਾਲ ਤੂੰ ਮੈਨੂੰ ਮਿਲਾਤਾ, ਤੂੰ ਮੇਰੀ ਇੰਨੀ ਹੈਲਪ ਕੀਤੀ ਹੈ ਕਿ ਤੂੰ ਮੈਨੂੰ ਸੰਤਾਂ ਦੇ ਨਾਲ ਮਿਲਾਤਾ। ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਜੋੜੇ ਘਰ 'ਚ ਜਦੋਂ ਅਸੀਂ ਆਪਣੇ ਜੋੜੇ ਉਤਾਰ ਕੇ ਜਾਂਦੇ ਹਾਂ ਤੇ ਸਾਨੂੰ ਚਾਹੀਦਾ ਅਸੀਂ ਆਪਣਾ ਉੱਥੇ ਮਨ ਵੀ ਅਸੀਂ ਜੋੜੇ ਘਰ 'ਚ ਅਸੀਂ ਚਰਨਾਂ 'ਚ ਆਪਣਾ ਮਨ ਰੱਖ ਕੇ ਜਾਈਏ। ਕਿਉਂਕਿ ਅਸੀਂ ਜਦੋਂ ਗੁਰਦੁਆਰੇ ਦੇ ਅੰਦਰ ਜਦੋਂ ਅਸੀਂ ਜਾਂਦੇ ਹਾਂ, ਐਂਟਰ ਕਰਦੇ ਹਾਂ ਤੇ ਅਸੀਂ ਮੱਥਾ ਟੇਕਦੇ ਹਾਂ ਤੇ ਅਸੀਂ ਪ੍ਰਾਪਤੀ ਕਰਨ ਵਾਸਤੇ ਜਾਂਦੇ ਹਾਂ ਕਿ ਜਦੋਂ ਅਸੀਂ ਮੱਥਾ ਆਪਣਾ ਸਿਰ ਨਿਵਾ ਦਿੰਦੇ ਹਾਂ ਕਿ ਅਸੀਂ ਆਪਣੀ ਮੱਤ ਉਹਨਾਂ ਦੇ ਅੱਗੇ ਰੱਖ ਦਿੰਦੇ ਹਾਂ ਕਿ ਸਾਡੀ ਮੱਤ ਤੇ ਕੁਝ ਹੈ ਹੀ ਨਹੀਂ ਬਾਬਾ ਜੀ, ਤੁਸੀਂ ਥੋੜੀ ਜਿਹੀ ਸਾਡੀ ਮੱਤ 'ਚ ਸਾਨੂੰ ਸੋਝੀ ਪਾ ਦਿਓ। ਤੇ ਇਸ ਲਈ ਜਦੋਂ ਵੀ ਅਸੀਂ ਕਿਸੇ ਤੋਂ ਕੁਝ ਪ੍ਰਾਪਤੀ ਕਰਨੀ ਹੁੰਦੀ ਹੈ ਤੇ ਅਸੀਂ ਉਹਦੇ ਅੱਗੇ ਨੀਵੇਂ ਹੋ ਕੇ ਉਹਦੇ ਚਰਨਾਂ 'ਚ ਬੈਠ ਕੇ ਅਸੀਂ ਉਹਦੇ ਕੋਲੋਂ ਉਹਦੀ ਪ੍ਰਾਪਤੀ ਅਸੀਂ ਉਹਦੇ ਕੋਲ ਕੁਝ ਲੈ ਸਕਦੇ ਹਾਂ। ਜਪ ਮਨ ਮਾਧੋ ਮਧੂਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ। ਹੁਣ ਅਸੀਂ ਕਈ ਵਾਰੀ ਅਸੀਂ ਜਦੋਂ ਧਾਰਮਿਕ ਫਿਲਮਾਂ ਵੀ ਦੇਖਦੇ ਹਾਂ ਜਾਂ ਕੁਝ ਅਸੀਂ ਏਦਾਂ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਦੇਵੀ ਦੇਵਤਾ ਨੇ
ਉਹ ਹਮੇਸ਼ਾ ਅੱਖਾਂ ਬੰਦ ਕਰਕੇ ਇੱਕ ਨਿਰੰਕਾਰ ਦੀ ਉਸਤਤ 'ਚ ਹਮੇਸ਼ਾ ਬੈਠੇ ਰਹਿੰਦੇ ਨੇ। ਤੇ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਤੋਂ ਉੱਤੇ ਵੀ ਇੱਕ ਸ਼ਕਤੀ ਹੈ ਜਿਹਨੂੰ ਕਿ ਸਾਡੇ ਬਾਬਾ ਜੀ ਨੇ ਸਾਨੂੰ ਮੂਲ ਮੰਤਰ 'ਚ ਸਾਨੂੰ ਦੱਸਿਆ ਕਿ ਉਸ ਸ਼ਕਤੀ ਦਾ ਕੋਈ ਆਕਾਰ ਨਹੀਂ ਹੈਗਾ, ਉਹ ਨਿਰੰਕਾਰ ਹੈ। ਤੇ ਸਾਨੂੰ ਬਾਬਾ ਜੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਉਹ ਪਰਮਾਤਮਾ ਨਹੀਂ ਹੋ ਸਕਦਾ, ਕਿਉਂਕਿ ਵਿਅਕਤੀ ਔਰ ਸ਼ਕਤੀ ਇਹ ਦੋ ਅਲੱਗ ਚੀਜ਼ਾਂ ਨੇ। ਸਾਨੂੰ ਬਾਬਾ ਜੀ ਨੇ ਸਾਨੂੰ ਬਾਣੀ 'ਚ ਦੱਸਿਆ ਕਿ ਕੋਈ ਵੀ ਦੇਹਧਾਰੀ ਵਿਅਕਤੀ ਪਰਮਾਤਮਾ ਨਹੀਂ ਹੋ ਸਕਦਾ। ਉਹ ਸਾਡਾ ਮਾਰਗਦਰਸ਼ਨ ਕਰ ਸਕਦਾ ਹੈ ਕਿ ਅਸੀਂ ਪਰਮਾਤਮਾ ਤੱਕ ਅਸੀਂ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ, ਅਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਾਂ। ਤੇ ਜਿੰਨੇ ਵੀ ਇਹ ਦੇਵੀ ਦੇਵਤਾ ਹੋਏ ਨੇ, ਮਾਧੋ, ਮਧੂਸੂਦਨ, ਜਿੰਨੇ ਵੀ ਦੇਵੀ ਦੇਵਤਾ ਹੋਏ ਨੇ, ਇਹ ਵੀ ਅੱਖਾਂ ਬੰਦ ਕਰਕੇ ਇਹ ਇੱਕ ਨਿਰੰਕਾਰ ਦਾ, ਹੁਣ ਅਸੀਂ ਜਦੋਂ ਛੋਟੇ ਹੁੰਦੇ ਸੀ ਜਾਂ ਅਸੀਂ ਹੁਣ ਵੀ ਸੁਣਦੇ ਸੀ ਕਿ ਉਹਨਾਂ ਨੂੰ ਇੱਕ ਆਕਾਸ਼ਬਾਣੀ ਹੁੰਦੀ ਹੈ। ਆਕਾਸ਼ਬਾਣੀ ਹੁੰਦੀ ਹੈ, ਇਹਦਾ ਮਤਲਬ ਨਿਰੰਕਾਰ ਇੱਕ ਐਸੀ ਸ਼ਕਤੀ ਹੈ ਜੋ ਦੇਵੀ ਦੇਵਤਿਆਂ ਨੂੰ ਵੀ ਆਕਾਸ਼ਬਾਣੀ ਕਰਦੀ ਹੈ। ਤੇ ਇਸ ਲਈ ਜਦੋਂ ਅਸੀਂ ਉਹ ਪਰਮਾਤਮਾ ਦੇ ਨਾਲ, ਉਹ ਪਰਮਾਤਮਾ ਹੈਗਾ, ਉਹ ਅੰਤਰਯਾਮੀ ਪਰਮਾਤਮਾ ਹੈ ਜਿਹਦੇ ਕਿ ਸਾਰੇ ਦੇਵੀ ਦੇਵਤਾ ਵੀ ਜਿਹਨੂੰ ਪੂਜਦੇ ਨੇ। ਸਭ ਦੁੱਖਨ ਕੋ ਹੰਤਾ, ਸਭ ਸੁਖਨ ਕੋ ਦਾਤਾ। ਔਰ ਉਹ ਜਿਹੜਾ ਅੰਤਰਯਾਮੀ, ਜਿਹੜਾ ਪਰਮੇਸ਼ਵਰ ਹੈ, ਉਹ ਇੰਨਾ ਦਿਆਲੂ ਹੈ ਕਿ ਉਹ ਸਾਰੇ ਦੁੱਖ ਸਾਡੇ ਹਰ ਸਕਦਾ ਹੈ ਔਰ ਸਾਨੂੰ ਸਾਰੇ ਸੁੱਖਾਂ ਦੀਆਂ ਦਾਤਾਂ ਦੇ ਸਕਦਾ। ਪਰ ਕਿਸ ਤਰ੍ਹਾਂ ਦੇਗਾ ਸਾਨੂੰ? ਹਰ ਪ੍ਰੀਤਮ ਗੁਣ ਗਾਓ। ਅਗਰ ਮੈਂ ਹਰੀ ਦੇ ਗੁਣ ਗਾਵਾਂਗੇ, ਅਗਰ ਮੈਂ ਜਪ ਕਰਾਂਗੇ, ਅਗਰ ਅਸੀਂ ਸਿਮਰਨ ਕਰਾਂਗੇ, ਬਾਣੀ ਕਹਿੰਦੀ ਆ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸਾਨੂੰ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ, ਸਾਨੂੰ ਨਾਮ ਬਾਣੀ ਸਾਨੂੰ ਸਿਮਰਨ ਕਰਨਾ ਚਾਹੀਦਾ। ਹੁਣ ਇੱਥੇ ਵੀ 8 ਪੈਰ ਹੁੰਦੇ ਨੇ, 8 ਪੈਰਾਂ 'ਚ ਅਗਰ ਅਸੀਂ ਇੱਕ ਪਹਿਰ, ਅਸੀਂ ਪੋਸੀਬਲ ਨਹੀਂ ਆ ਕਿ ਅਸੀਂ 8 ਦੇ 8 ਪੈਰ ਅਸੀਂ ਨਾਮ ਸਿਮਰਨ, ਅਸੀਂ ਬਾਣੀ ਜਪ ਸਕੀਏ। ਲੇਕਿਨ ਅਸੀਂ ਅਗਰ ਇੱਕ ਪੈਰ ਸਵੇਰੇ ਉੱਠ ਕੇ ਅਗਰ ਅਸੀਂ ਬਾਣੀ, ਨਾਮ ਬਾਣੀ ਸਿਮਰਨ ਕਰ ਲੈਂਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਬਾਕੀ ਸਾਨੂੰ ਬਾਬਾ ਜੀ ਨੇ ਕਿਰਤ ਕਮਾਈ ਕਰਨ ਵਾਸਤੇ ਵੀ ਕਿਹਾ ਹੈ, ਹੋਰ ਕੰਮ ਸਾਨੂੰ ਗ੍ਰਸਥ ਜੀਵਨ ਬਿਤਾਉਣ ਵਾਸਤੇ ਵੀ ਸਾਨੂੰ ਬਾਬਾ ਜੀ ਨੇ ਕਿਹਾ ਹੈ। ਲੇਕਿਨ ਜਿਹੜੇ ਅਸੀਂ ਇੱਕ ਪਹਿਰ ਅਸੀਂ ਬਾਣੀ ਪੜ੍ਹੀ ਹੈ, ਉਹ ਬਾਕੀ ਦੇ 7 ਪਹਿਰ 'ਚ ਅਸੀਂ ਉਹ ਐਪਲੀਕੇਟ ਕਰਨੀ ਹੈ, ਅਸੀਂ ਆਪਣੇ ਮਨ 'ਚ ਵਸਾਣਾ। ਜੋ ਅਗਰ ਅਸੀਂ ਇੱਕ ਸ਼ਲੋਕ ਵੀ ਸਵੇਰੇ ਪੜ੍ਹਿਆ ਤੇ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਉਹ ਸ਼ਲੋਕ ਅਸੀਂ ਬਾਰ-ਬਾਰ ਸਾਰਾ ਦਿਨ ਆਪਣੇ ਮਨ 'ਚ ਧਿਆਨ ਰੱਖੀਏ ਔਰ ਸੋਚੀਏ ਕਿ ਸਾਨੂੰ ਬਾਬਾ ਜੀ ਨੇ ਇਹਦੇ ਤੋਂ ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ, ਜਾਂ ਬਾਬਾ ਜੀ ਨੇ ਸਾਨੂੰ ਇਹਦੇ ਤੋਂ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਬਾਬਾ ਜੀ ਨੇ ਤਾਂ ਸਾਨੂੰ ਦੱਸਤਾ, ਲੇਕਿਨ ਸਾਡੀ ਸਮਝ ਐਨੀ ਨਹੀਂ ਹੈ ਕਿ ਅਸੀਂ ਬਾਬਾ ਜੀ ਦਾ ਕਿਆ ਹੋਇਆ ਅਸੀਂ ਸਮਝ ਸਕੀਏ। ਤੇ ਇਸ ਲਈ ਸਾਡੇ ਸਾਰੇ ਦੁੱਖ ਸੁੱਖ ਬਾਬਾ ਜੀ ਹਰ ਲੈਂਦੇ, ਸਾਡੇ ਸੁੱਖ ਬਾਬਾ ਜੀ ਸਾਨੂੰ ਦਿੰਦੇ ਨੇ, ਸਾਡੇ ਦੁੱਖ ਹਰ ਲੈਂਦੇ ਨੇ। ਪਰ ਅਗਰ ਅਸੀਂ ਬਾਬਾ ਜੀ ਦਾ ਨਾਮ ਬਾਣੀ ਸਿਮਰਨ ਅਸੀਂ ਕਰਾਂਗੇ, ਹਰ ਪ੍ਰੀਤਮ ਗੁਣ ਗਾਓ। ਹੁਣ ਸਾਡੇ ਵਰਗੇ ਸੋਚਦੇ ਨੇ ਕਿ ਉਹ ਕਿੱਥੇ ਹੈ, ਪਰਮੇਸ਼ਵਰ ਕਿੱਥੇ ਹੈ? ਹਰ ਘਟ ਘਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ। ਉਹ ਪਰਮਾਤਮਾ, ਸਾਡੀ ਬਾਣੀ ਨੇ ਸਾਨੂੰ ਕਿਹਾ ਹੈ ਕਿ ਉਹ ਤੇ ਹਰ ਇੱਕ ਜਗ੍ਹਾ ਰਮਿਆ ਹੋਇਆ ਹੈ, ਉਹ ਹਰ ਇੱਕ ਜਗ੍ਹਾ ਉਹ ਵਸਦਾ ਹੈ। ਪਰ ਉਹਨੂੰ ਦੇਖਣ ਵਾਸਤੇ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਹੋ। ਮੈਨੂੰ ਉਹ ਪਰਮਾਤਮਾ ਨੂੰ ਦੇਖਣ ਦਾ ਬੜਾ ਚਾਅ ਹੈ, ਪਰ ਉਹ ਕਿੱਥੇ ਹੈ? ਪਰ ਉਹ ਹਰ ਇੱਕ ਜਗ੍ਹਾ ਵਸਦਾ ਹੈ। ਅਗਰ ਅਸੀਂ ਬਾਬਾ ਜੀ ਦਾ ਨਾਮ ਬਾਣੀ ਸਿਮਰਨ ਕਰਦੇ ਹਾਂ, ਸਾਨੂੰ ਬਾਬਾ ਜੀ ਨੇ ਸ੍ਰਿਸ਼ਟੀ ਜੋ ਰਚਾਈ ਹੈ ਉਹ ਹਰ ਇੱਕ ਜਗ੍ਹਾ ਸਾਨੂੰ ਬਾਬਾ ਜੀ ਦੀ ਸ੍ਰਿਸ਼ਟੀ ਦੀ ਰਚਨਾ ਅਗਰ ਅਸੀਂ ਦੇਖੇ ਆ ਤੇ ਸਾਨੂੰ ਹਰ ਗੱਲ 'ਚ ਪਰਮਾਤਮਾ ਯਾਦ ਆਉਣਾ ਚਾਹੀਦਾ ਕਿ ਇਹ ਵੀ ਬਾਬਾ ਜੀ ਦੀ ਰਚਨਾ, ਇਹ ਵੀ ਪਰਮਾਤਮਾ ਦੀ ਰਚਨਾ ਹੈ। ਔਰ ਇਹਦੇ ਤੇ ਸਾਡੀ ਬਾਣੀ 'ਚ ਬਹੁਤ ਸਾਰੇ ਸਾਨੂੰ ਬਾਬਾ ਜੀ ਨੇ ਐਗਜ਼ਾਮਪਲਸ ਦਿੱਤੇ ਨੇ ਕਿ ਜਲੇ ਤੂੰ ਹੀ, ਥਲੇ ਤੂੰ ਹੀ, ਬ੍ਰਿਛਸ ਤੂੰ ਹੀ, ਤਟਸ ਤੂੰ ਹੀ। ਬਾਬਾ ਜੀ ਨੇ ਸਾਰੇ ਕਿ ਹਰ ਇੱਕ ਜਗ੍ਹਾ ਉਹ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਉਹ ਹਰ ਇੱਕ ਜਗ੍ਹਾ ਬਸਦਾ ਹੈ। ਔਰ ਬਾਬਾ ਜੀ ਜੋਤ ਰੱਖਦੇ ਨੇ। ਆਨੰਦ ਸਾਹਿਬ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਹਰ ਸਰੀਰ 'ਚ ਵੀ ਬਾਬਾ ਜੀ ਜੋਤ ਰੱਖਦੇ ਨੇ, ਹਰ ਜੀਵ ਜੰਤੂ 'ਚ ਬਾਬਾ ਜੀ ਜੋਤ ਰੱਖਦੇ, ਤਾਂ ਹੀ ਉਹ ਇਸ ਜਗ ਤੇ ਆਂਦਾ। ਇਸ ਲਈ ਉਹਨਾਂ ਦਾ ਅੰਸ਼ ਹਰ ਇੱਕ ਜਗ੍ਹਾ ਹੈ, ਪਰਮਾਤਮਾ ਹਰ ਇੱਕ ਜਗ੍ਹਾ ਹੈ। ਹਰ ਜਨ ਕੋ ਹਰ ਮਿਲਿਆ, ਹਰ ਸਰਦਾਤੇ ਮਿਲਿਆ, ਗੁਰਮੁਖ ਹਰ ਮਿਲਿਆ। ਅੱਜ ਉਹਨੂੰ ਹੀ ਪਰਮਾਤਮਾ ਮਿਲਦਾ ਹੈ ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ। ਮੇਰੇ ਮਨ ਤਨ ਆਨੰਦ ਪਏ, ਮੈਂ ਦੇਖਿਆ ਹਰ ਚਾਉ।
ਇੱਥੇ ਮੇਰੇ ਮਨ ਤਨ ਆਨੰਦ ਪਏ। ਆਨੰਦ ਆਨੰਦ ਇੱਕ ਮੇਰੇ ਹਿਸਾਬ ਨਾਲ ਇੱਕ ਇੱਥੇ ਤੇ ਆਨੰਦ ਖੁਸ਼ੀ ਵਾਸਤੇ ਕਿਹਾ ਕਿ ਮੈਨੂੰ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਖੁਸ਼ੀ ਮੈਨੂੰ ਪ੍ਰਾਪਤ ਹੋਈ ਹੈ। ਪਰ ਇਹਦੇ ਤੋਂ ਜੋ ਮੈਂ ਸਮਝਿਆ ਹੈ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਆਨੰਦ ਇੱਕ ਬਹੁਤ ਹੀ ਡੀਪ ਮੀਨਿੰਗ ਵਾਲਾ ਵਰਡ ਹੈਗਾ। ਹੁਣ ਸਾਨੂੰ ਬਾਬਾ ਜੀ ਨੇ ਸਾਨੂੰ ਨਿਤਨੇਮ ਦੀਆਂ 5 ਬਾਣੀਆਂ ਬਖਸ਼ੀਆਂ ਹਨ, ਜਿਹਦੇ 'ਚ ਕਿ ਆਨੰਦ ਸਾਹਿਬ ਉਹਨਾਂ ਨੇ ਪਹਿਲਾਂ ਸਾਨੂੰ ਜਪਜੀ ਸਾਹਿਬ ਦਿੱਤਾ, ਫਿਰ ਜਾਪ ਸਾਹਿਬ ਦਿੱਤਾ, ਫਿਰ ਸਵਈਏ ਦਿੱਤੇ ਨੇ, ਫਿਰ ਸਾਨੂੰ ਬਾਬਾ ਜੀ ਨੇ ਚੌਪਈ ਸਾਹਿਬ ਦਿੱਤੇ, ਫਿਰ ਬਾਬਾ ਜੀ ਨੇ ਆਨੰਦ ਸਾਹਿਬ ਦਿੱਤਾ ਕਿ ਪਹਿਲਾਂ ਜਪਣਾ ਹੈ। ਔਰ ਜਦੋਂ ਅਸੀਂ ਜਪਾਂਗੇ ਤੇ ਉਹਦੇ ਫਿਰ ਸਾਡਾ ਜਾਪ ਬਣ ਜਾਂਦਾ। ਜਦੋਂ ਅਸੀਂ ਬਾਬਾ ਜੀ ਦਾ ਨਾਮ ਸਿਮਰਨ ਬੰਦਗੀ ਕਰਦੇ ਹਾਂ ਤੇ ਫਿਰ ਉਹਨੂੰ ਉਹ ਜਾਪ ਬਣ ਜਾਂਦਾ। ਜਦੋਂ ਅਸੀਂ ਮੂੰਹ ਤੋਂ ਵੀ ਸਿਮਰਨ ਨਹੀਂ ਕਰਦੇ ਪਰ ਸਾਡੇ ਅੰਦਰ ਉਹ ਸਿਮਰਨ ਚੱਲਦਾ ਰਹਿੰਦਾ ਹੈ ਤੇ ਉਹ ਅਵਸਥਾ ਫਿਰ ਜਾਪ ਦੀ ਅਵਸਥਾ ਹੋ ਜਾਂਦੀ ਹੈ। ਉਸ ਤੋਂ ਬਾਅਦ ਚੋਂ ਜਦੋਂ ਅਵਸਥਾ ਆਉਂਦੀ ਹੈ ਤੇ ਫਿਰ ਇੱਕ ਵਿਰਾਗ ਦੀ ਅਵਸਥਾ ਆਉਂਦੀ ਹੈ, ਜਿਹਦੇ ਵਿੱਚ ਸਵਈਏ ਨੇ। ਜਦੋਂ ਸਵਈਏ ਤੋਂ ਬਾਅਦ ਚੋਂ ਜਦੋਂ ਵਿਰਾਗ ਅਵਸਥਾ ਆ ਜਾਂਦੀ ਹੈ ਫਿਰ ਪਰਮਾਤਮਾ ਨੂੰ ਮਿਲਣ ਵਾਸਤੇ ਫਿਰ ਇੱਕ ਚਾਹ ਹੋ ਜਾਂਦੀ ਹੈ ਕਿ ਮੈਂ ਉਹਨੂੰ ਪਰਮਾਤਮਾ ਨੂੰ ਮਿਲਣਾ। ਤੇ ਫਿਰ ਅਸੀਂ ਉਹਦੇ ਅੱਗੇ ਬੇਨਤੀ ਕਰਦੇ ਹਾਂ, ਉਹ ਮਨੁੱਖ ਬੇਨਤੀ ਕਰਦੇ ਕਿ ਬਾਬਾ ਜੀ ਤੁਸੀਂ ਸਾਨੂੰ ਦਰਸ਼ਨ ਦਿਓ, ਸਾਡੀ ਰੱਖਿਆ ਕਰੋ, ਸਾਨੂੰ ਤੁਸੀਂ ਉਹ ਬੇਨਤੀ ਹੈ, ਚੌਪਈ ਸਾਹਿਬ ਬੇਨਤੀ ਹੈ। ਉਸ ਤੋਂ ਬਾਅਦ ਆਨੰਦ ਸਾਹਿਬ ਆਉਂਦਾ ਹੈ। ਆਨੰਦ ਸਾਹਿਬ ਆਉਂਦਾ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਇਹ ਆਨੰਦ ਬਹੁਤ ਹੀ ਡੀਪ ਮੀਨਿੰਗ ਵਾਲਾ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਪਾ ਲੈਣਾ ਤੇ ਉਹ ਆਨੰਦ ਹੈ। ਪਰ ਇਹਦੇ 'ਚ ਹੈ ਕਿ ਜਦੋਂ ਮੈਂ ਪਰਮਾਤਮਾ ਨੂੰ ਮਿਲ ਲੈਣਾ, ਆਨੰਦ ਉਦੋਂ ਹੀ ਆਨੰਦ ਹੁੰਦਾ ਹੈ। ਜਨ ਨਾਨਕ ਕੋ ਕਿਰਪਾ ਪਈ, ਇਹ ਉਹਦੇ ਤੇ ਹੀ ਕਿਰਪਾ ਹੁੰਦੀ ਹੈ ਜਿਹਨੂੰ ਬਾਬਾ ਜੀ ਚੂਜ਼ ਕਰਦੇ ਨੇ ਕਿ ਜਿਹਦੇ ਤੇ ਕਿਰਪਾ ਕਰਨੀ ਹੈ। ਹਰ ਕੀ ਕਿਰਪਾ ਕਈ ਭਈ ਜਗਦੀਸ਼ਰ ਕਿਰਪਾ ਕਈ, ਪਰਮਾਤਮਾ ਦੀ ਕਿਰਪਾ ਉਹਦੇ ਤੇ ਹੀ ਹੁੰਦੀ ਹੈ ਜਿਹਦੇ ਤੇ ਉਹਦੀ ਰਹਿਮਤ ਹੋਏ। ਮੈਂ ਅਨਦਿਨੋਂ ਸਦ ਸਦਾ ਹਰ ਜਪਿਆ ਹਰ ਨਾਮ। ਔਰ ਬਾਬਾ ਜੀ ਦੀ ਕਿਰਪਾ ਕਿਹਦੇ ਤੇ ਹੁੰਦੀ ਹੈ? ਮੈਂ ਅਨਦਿਨੋਂ ਅਸੀਂ ਇੱਕ ਦਿਨ ਬਾਣੀ ਨਹੀਂ ਪੜ੍ਹਨੀ ਹੈ, ਅਸੀਂ ਇੱਕ ਦਿਨ ਨਾਮ ਨਹੀਂ ਜਪਣਾ। ਅਨਦਿਨ ਕਈ ਲੋਕੀ ਕਹਿੰਦੇ ਨੇ 108 ਵਾਰੀ ਕਰਨਾ ਚਾਹੀਦਾ, ਕਈ ਕਹਿੰਦੇ ਨੇ 51 ਪਾਠ ਕਰਨੇ ਚਾਹੀਦੇ, ਕਈ ਕਹਿੰਦੇ ਪਰ ਬਾਣੀ ਅਨਦਿਨ ਉਹਦੇ 'ਚ ਕੋਈ ਲਿਮਿਟ ਨਹੀਂ ਹੈ। ਅਨਦਿਨ ਬਾਬਾ ਜੀ ਕਹਿੰਦੇ ਨੇ ਕਿ ਅਨਦਿਨ ਤੁਸੀਂ ਕਰੋ ਤੇ ਪਰਮਾਤਮਾ ਤੁਹਾਨੂੰ ਐਦਾਂ ਹੀ ਪਿਆਰ ਕਰਦਾ ਹੈ, ਐਦਾਂ ਹੀ ਤੁਹਾਡੇ ਤੇ ਕਿਰਪਾ ਕਰਦਾ ਜਿੱਦਾਂ ਮਾਂ-ਬਾਪ ਆਪਣੇ ਬੱਚਿਆਂ ਨੂੰ ਗਲੇ ਨਾਲ ਲਗਾ ਕੇ ਰੱਖਦੇ ਨੇ। ਬਹੁਤ ਜੀਆਂ ਤੁਖਾਂ ਬਾਣੀ 'ਚ ਆਉਂਦੀਆਂ ਨੇ। ਮੈਨੂੰ ਬਾਣੀ ਇੰਨੀ ਕੰਠ ਨਹੀਂ ਹੈਗੀ, ਪਰ ਜੋ ਮੈਨੂੰ ਬਾਣੀ ਤੋਂ ਸਮਝ ਆਉਂਦਾ ਹੈ, ਮੈਨੂੰ ਇਹ ਸਮਝ ਆਉਂਦਾ ਕਿ ਅਗਰ ਅਸੀਂ ਬਾਬਾ ਜੀ ਨੂੰ ਉਹ ਕਰਦੇ ਹਾਂ, ਦੁੱਖ ਸੁੱਖ ਜ਼ਰੂਰ ਆਉਂਦੇ ਨੇ, ਲੇਕਿਨ ਸਾਨੂੰ ਬਾਬਾ ਜੀ ਇੰਨੀ ਸ਼ਕਤੀ ਦੇ ਦਿੰਦੇ ਨੇ, ਇੰਨੀ ਸਾਨੂੰ ਸਮਰਥਾ ਦੇ ਦਿੰਦੇ ਨੇ ਕਿ ਸਾਨੂੰ ਦੁੱਖ ਵੀ ਬਾਬਾ ਜੀ ਦਾ ਮਿੱਠਾ ਕਰਕੇ ਮੰਨਣ ਦੀ ਸਾਨੂੰ ਸ਼ਕਤੀ ਮਿਲ ਜਾਂਦੀ ਹੈ ਕਿ ਬਾਬਾ ਜੀ ਨੇ ਇਹ ਸਾਨੂੰ ਦਿੱਤੀ ਹੈ ਤੇ ਇਹ ਬਾਬਾ ਜੀ ਦਾ ਅਸੀਂ ਮਿੱਠਾ ਕਰਕੇ ਮੰਨਣਾ ਹੈ। ਜੋ ਬਾਬਾ ਜੀ ਨੇ ਸਾਨੂੰ ਦਿੱਤਾ ਅਸੀਂ ਉਹ ਪ੍ਰਵਾਨ ਕਰਨਾ ਹੈ। ਐਨੀ ਕਿ ਇਹ ਮੈਨੂੰ ਇਸ ਤੋਂ ਥੋੜੀ ਜੀ ਸ਼ਬਦ ਤੋਂ ਜੋ ਮੈਨੂੰ ਸਮਝ ਆਇਆ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਅਗਰ ਕਿਤੇ ਮੇਰੇ ਤੋਂ ਗਲਤੀ ਹੋ ਗਈ ਹੋਏ ਤੇ ਪਲੀਜ਼ ਮਾਫ ਕਰ ਦਿਓ। ਹੁਣ ਅਸੀਂ ਸ਼ਬਦ ਪੜ੍ਹਦੇ ਹਾਂ। प्रीतम जन संतो मोह मार्ग दिख
संतो हर काजन संतो मेरा प्रीतम जन संतो मोहे मार्ग दिखलावे तिस जन के हो मल मल तो पाओ तिस जन के हो मल मल तो पाओ कोई आवे संतो हर काजन संतो मेरा प्रीतम जन संतो मोहे मार्ग दिखलावे मोहे मार्ग दिखलावे मोहे मार्ग दिखलावे मोहे मार्ग दिखलावे वाहिगुरु वाहिगुरु जी का खालसा वाहिगुरु जी की फतेह। ਭੁੱਲਾਂ ਚੁੱਕਾਂ ਦੀ ਖਿਮਾ।